प्यारे विद्यार्थियों, तुहाडा स्वागत है इस क्लास विच। अज आपां 12वीं क्लास की पंजाबी पाठ पुस्तक विच दर्ज सुखदेव माधपुरी की रचना पंजाब दीआं लोक खेडां बारे जाणांगे। इस पाठ नूं जानन तो पहलां सारे विद्यार्थियों नूं एक बेनती है कि सारे विद्यार्थी इस चैनल नूं सबसक्राइब जरूर कर दिओ ताकि जिहड़ी भी नवीं वीडियो अपलोड की जाती है वो तुहाडे कोल समय सिर पहुँच सके। लोक खेडां शुरू करदे हैं बेटा। लोक खेडां किहड़ियां खेडां हुंदियां? लोक खेडां तो भाव उन्हां खेडां तो है जिहड़ियां रवायती ढंग नाल, रवायती ढंग तो भाव जानी पुराने ढंग नाल खेਡੀਆਂ ਜਾਂਦੀਆਂ, जिन्हां नूं सिੱਖਣ ਲਈ ਕਿਸੇ खास किस्म की सिੱਖਿਆ की लोड़ नहीं पैंदी। ਇਹ पीढ़ी दर पीढ़ी ਚੱਲਦੀਆਂ ਰਹਿੰਦੀਆਂ ਤੇ जीवन का सुभाविक अंग होने करके ये बड़े सौखे ते सहज तरीके नाल ही सिख लईਆਂ ਜਾਂਦੀਆਂ। जिवें असीं अपने परिवार चों अपनी मात भाषा बोलनी सिख लैंदे आ, खाण पीण दा ढंग सिख लैंदे आ, ਪਹਿਨਣ ਦਾ ਢੰਗ ਸਿੱਖ ਲੈਂਦੇ ਹਾਂ, ਸੇਮ ਇਸੇ ਤਰ੍ਹਾਂ ਹੀ ਅਸੀਂ ਲੋਕ ਖੇਡਾਂ ਨੂੰ ਵੀ ਬੜੇ ਸੌਖੇ ਤਰੀਕੇ ਨਾਲ ਸਿੱਖ ਲੈਂਦੇ ਹਾਂ। ਹਰ ਇੱਕ ਸਮਾਜ ਅੰਦਰ ਜਿੰਨੇ ਵੀ ਛੋਟੇ ਛੋਟੇ ਸਮੂਹ ਹੁੰਦੇ ਹਨ ਉਹਨਾਂ ਵਿੱਚ ਲੋਕ ਖੇਡਾਂ ਦਾ ਰੂਪ ਵੱਖੋ ਵੱਖਰਾ ਹੁੰਦਾ। ਲੋਕ ਖੇਡਾਂ ਦੇ ਭਾਵੇਂ ਕੋਈ ਨਿਸ਼ਚਿਤ ਕਠੋਰ ਨਿਯਮ ਨਹੀਂ ਹੁੰਦੇ, परंतु लोक खेडां अंदर किसी किस्म की मनमर्जी करना, धक्केशाही करना ਜਾਂ ਤਾਨਾਸ਼ਾਹੀ ਵਰਤਣੀ ਇਹ ਕੋਈ ਗੱਲਾਂ ਨਹੀਂ ਹੁੰਦੀਆਂ। ਲੋਕ ਖੇਡਾਂ ਦੇ ਵਿੱਚ ਕਾਰਜਸ਼ੀਲ ਨਿਯਮ ਲੋਕਾਂ ਦੇ ਪੱਧਰ ਦੇ ਹੁੰਦੇ ਹਨ। ਲੋਕ ਖੇਡਾਂ ਦਾ ਬੇਟਾ ਹਰ ਉਮਰ ਦੇ ਵਿਅਕਤੀਆਂ ਲਈ ਖਾਸ ਮਹੱਤਵ ਹੁੰਦਾ। ਬੱਚਿਆਂ ਦੀਆਂ ਖੇਡਾਂ ਬੱਚਿਆਂ ਅੰਦਰ ਸਮਾਜਿਕ ਸਾਂਝ ਪੈਦਾ ਕਰਦੀਆਂ। ਇਹਨਾਂ ਖੇਡਾਂ ਤੋਂ ਬੱਚਾ ਸਮਾਜ ਵਿੱਚ ਰਹਿਣ ਦੀ ਜਾਚ ਸਿੱਖ ਜਾਂਦਾ। ਬਾਲ ਕੁੜੀਆਂ ਦੀਆਂ ਖੇਡਾਂ ਉਹਨਾਂ ਵਿੱਚ ਸੂਝ ਅਤੇ ਸਮਝ ਪੈਦਾ ਕਰਦੀਆਂ। ਨੌਜਵਾਨਾਂ ਦੀਆਂ ਖੇਡਾਂ ਉਹਨਾਂ ਅੰਦਰ ਮੁਕਾਬਲੇ ਦੀ ਭਾਵਨਾ ਅਤੇ ਸਰੀਰਕ ਤਾਕਤ ਨੂੰ ਡਾਇਜੈਸਟ ਕਰਨ ਦਾ ਮਹੱਤਵ ਦਰਸਾਉਂਦੀਆਂ। ਬਜ਼ੁਰਗਾਂ ਦੀਆਂ ਖੇਡਾਂ ਸਰੀਰਕ ਤਾਕਤ ਨਾਲੋਂ ਦਿਮਾਗੀ ਤਾਕਤ ਨੂੰ ਵਧਾਉਣ ਲਈ ਵਧੇਰੇ ਕਾਰਗਰ ਹੁੰਦੀਆਂ। ਸੋ ਜਾਣੀ ਇਸ ਤਰ੍ਹਾਂ ਹਰ ਉਮਰ ਦੀਆਂ ਖੇਡਾਂ ਦਾ ਖਾਸ ਮਹੱਤਵ ਹੈ ਹਰੇਕ ਵਿਅਕਤੀ ਲਈ। ਲੋਕ ਖੇਡਾਂ ਪੰਜਾਬੀ ਲੋਕ ਜੀਵਨ ਦਾ ਬਹੁਤ ਮਹੱਤਵਪੂਰਨ ਅੰਗ ਹਨ। ਇਹ ਪੇਂਡੂ ਲੋਕਾਂ ਦੇ ਮਨੋਰੰਜਨ ਦਾ ਪ੍ਰਮੁੱਖ ਸਾਧਨ ਰਹੀਆਂ ਨੇ। ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ। ਮਨੁੱਖ ਆਦਿ ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਸਰੀਰ, ਵਿੱਤ ਅਤੇ ਸੁਭਾਅ ਅਨੁਸਾਰ ਹਰੇਕ ਪ੍ਰਾਣੀ ਆਪੋ ਆਪਣੀਆਂ ਖੇਡਾਂ ਦੀ ਸਿਰਜਣਾ ਕਰ ਲੈਂਦਾ। ਖੇਡਣਾ ਇੱਕ ਸਹਿਜ ਕਰਮ ਹੈ। ਇਹ ਮਨੁੱਖ ਦੇ ਸਰਬਪੱਖੀ ਵਿਕਾਸ ਦਾ ਬਹੁਤ ਮਹੱਤਵਪੂਰਨ ਸਰੋਤ ਹਨ। ਬੱਚੇ ਦੇ ਜਨਮ ਲੈਣ ਨਾਲ ਬੱਚੇ ਦੀ ਖੇਡ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਜਿਵੇਂ ਬੱਚਾ ਕੁਝ ਦਿਨਾਂ ਦਾ ਹੀ ਹੁੰਦਾ, ਉਹ ਲੱਤਾਂ ਬਾਹਾਂ ਮਾਰਨੀਆਂ ਸ਼ੁਰੂ ਕਰ ਦਿੰਦਾ। ਉਹ ਲੱਤਾਂ ਬਾਹਾਂ ਮਾਰਨੀਆਂ ਹੀ ਉਹਦੀਆਂ ਖੇਡਾਂ ਦਾ ਸ਼ੁਰੂਆਤ ਹੈ। ਖੇਡ ਰੁਚੀਆਂ ਹੀ ਬੱਚੇ ਦੇ ਸਰੀਰਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀਆਂ ਸੂਚਕ ਹੁੰਦੀਆਂ। ਖੇਡਾਂ ਕੇਵਲ ਸਰੀਰਕ ਕਸਰਤ ਲਈ ਹੀ ਨਹੀਂ ਖੇਡੀਆਂ ਜਾਂਦੀਆਂ, ਬਲਕਿ ਇਹ ਲੋਕਾਂ ਦੇ ਮਨੋਰੰਜਨ ਦਾ ਸਾਧਨ ਵੀ ਹੁੰਦੀਆਂ ਹਨ। ਖੇਡਾਂ ਜਿੱਥੇ ਮਨੁੱਖ ਨੂੰ ਸਰੀਰਕ ਬਲ ਬਖਸ਼ਦੀਆਂ ਹਨ, ਉੱਥੇ ਉਸ ਦੀ ਰੂਹ ਨੂੰ ਬਹੁਤ ਆਨੰਦ ਵੀ ਪ੍ਰਦਾਨ ਕਰਦੀਆਂ। ਜਿਸ ਨਾਲ ਮਨੁੱਖ ਦਾ ਮਨੋਬਲ ਵੱਧਦਾ ਅਤੇ ਜੀਵਨ ਪ੍ਰਤੀ ਵਿਸ਼ਵਾਸ ਪੱਕਾ ਹੁੰਦਾ। ਇਸ ਤੋਂ ਇਲਾਵਾ ਜ਼ਿੰਦਗੀ ਦੀ ਦੌੜ ਵਿੱਚ ਹਰ ਪ੍ਰਕਾਰ ਦੀ ਸਥਿਤੀ ਨਾਲ ਮੁਕਾਬਲਾ ਕਰਨ ਦੀ ਸਮਰੱਥਾ ਲੋਕ ਖੇਡਾਂ ਪੈਦਾ ਕਰਦੀਆਂ ਹਨ। ਇਹ ਖੇਡਾਂ ਹੀ ਮਨੁੱਖ ਨੂੰ ਹਾਰਨ ਸਮੇਂ ਖਿੜੇ ਮੱਥੇ ਹਾਰ ਨੂੰ ਪਰਵਾਰ ਕਰਨ ਦੀ ਸ਼ਕਤੀ ਵੀ ਪ੍ਰਦਾਨ ਕਰਦੀਆਂ, ਜਿਸ ਕਰਕੇ ਉਹ ਸਰੀਰ ਨੂੰ ਰਿਸ਼ਟ ਪੁਸ਼ਟ, ਚੁਸਤ, ਫਰਤੀਲਾ ਅਤੇ ਸ਼ਕਤੀਸ਼ਾਲੀ ਵੀ ਬਣਾਉਂਦੀਆਂ ਹਨ। ਖੇਡਾਂ ਨੌਜਵਾਨਾਂ ਦੀ ਵਾਧੂ ਸਰੀਰਕ ਸ਼ਕਤੀ ਦਾ ਸਹੀ ਉਪਯੋਗ ਕਰਦੀਆਂ ਹਨ। ਇਹ ਕਮਜ਼ੋਰ ਸਰੀਰਾਂ ਵਾਲਿਆਂ ਦੀ ਸਰੀਰਕ ਸ਼ਕਤੀ ਨੂੰ ਵਧਾਉਣ ਵਿੱਚ ਸਹਾਇਕ ਵੀ ਹੁੰਦੀਆਂ ਹਨ। ਕਈ ਵਿਦਵਾਨਾਂ ਦਾ ਮੰਨਣਾ ਹੈ
ਕਿ ਲੋਕ ਖੇਡਾਂ ਕੇਵਲ ਮਨੋਰੰਜਨ ਦੇ ਸਾਧਨ ਹੁੰਦੀਆਂ, ਪਰੰਤੂ ਲੋਕ ਖੇਡਾਂ ਕੇਵਲ ਮਨੋਰੰਜਨ ਦਾ ਸਾਧਨ ਨਹੀਂ ਹੁੰਦੀਆਂ। ਲੋਕ ਖੇਡਾਂ ਮਨੁੱਖ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਦੀਆਂ ਸੂਚਕ ਵੀ ਹੁੰਦੀਆਂ। ਇਹ ਜੀਵਨ ਦੀਆਂ ਜ਼ਰੂਰੀ ਲੋੜਾਂ ਦੀ ਪੂਰਤੀ ਲਈ ਕੀਤੇ ਜਾਣ ਵਾਲੇ ਸਰਵਕਾਰੀ ਅਤੇ ਸਰਵਵਿਆਪੀ ਕਾਰਜ ਵੀ ਕਰਦੀਆਂ ਹਨ। ਇਸ ਲਈ ਇਹਨਾਂ ਖੇਡਾਂ ਦੀ ਜੀਵਨ ਵਿਕਾਸ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਲੋਕ ਖੇਡਾਂ ਵੀ ਪੰਜਾਬੀ ਲੋਕ ਧਾਰਾ ਦੇ ਹੋਰਨਾਂ ਅੰਗਾਂ ਵਾਂਗ, ਜਿਵੇਂ ਲੋਕ ਕਹਾਣੀਆਂ, ਲੋਕ ਗੀਤ, ਬੁਝਾਰਤਾਂ, ਅਖਾਣ, ਇਹ ਜਿਹੜੀਆਂ ਲੋਕ ਖੇਡਾਂ ਦੇ ਜਿਹੜੇ ਇਹ ਅੰਗ ਹੈ, ਆਪਾਂ 11ਵੀਂ ਜਮਾਤ ਵਿੱਚ ਕਰਕੇ ਆਏ ਸੀ। ਲੋਕ ਕਹਾਣੀਆਂ ਪੜ੍ਹੀਆਂ ਸੀ, ਲੋਕ ਗੀਤ, ਬੁਝਾਰਤਾਂ ਵੀ ਪੜ੍ਹੀਆਂ ਸੀ। ਸੋ ਉਹਨਾਂ ਵਾਂਗ ਬੇਟਾ ਲੋਕ ਖੇਡਾਂ ਵੀ ਲੋਕ ਧਾਰਾ ਜਾਂ ਪੰਜਾਬੀ ਸੱਭਿਆਚਾਰ ਦਾ ਬੜਾ ਅਨਿੱਖੜਵਾਂ ਅੰਗ ਨੇ। ਲੋਕ ਖੇਡਾਂ ਸੈਂਕੜਿਆਂ ਦੀ ਗਿਣਤੀ ਵਿੱਚ ਉਪਲਬਧ ਹਨ, ਜਿਨ੍ਹਾਂ ਵਿੱਚੋਂ ਪੰਜਾਬੀ ਸੱਭਿਆਚਾਰ ਦੀ ਝਲਕ ਤੁਹਾਨੂੰ ਸਾਫ਼-ਸਾਫ਼ ਦਿਸ ਪਏਗੀ। ਪੰਜਾਬੀਆਂ ਦਾ ਸੁਭਾਅ ਕਿਹੋ ਜਿਹਾ, ਉਹਨਾਂ ਦਾ ਰਹਿਣ ਸਹਿਣ ਕਿਹੋ ਜਿਹਾ, ਉਹਨਾਂ ਦਾ ਖਾਣ ਪੀਣ ਕਿਹੋ ਜਿਹਾ, ਉਹਨਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਕਿਹੋ ਜਿਹੀਆਂ ਨੇ, ਇਹਨਾਂ ਸਾਰੀਆਂ ਗੱਲਾਂ ਬਾਰੇ ਲੋਕ ਖੇਡਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਲੋਕ ਖੇਡਾਂ ਕਿਉਂਕਿ ਪੁਸ਼ਤ ਦਰ ਪੁਸ਼ਤ ਚੱਲਦੀਆਂ ਰਹਿੰਦੀਆਂ, ਪੁਸ਼ਤ ਦਰ ਪੁਸ਼ਤ ਮਤਲਬ ਪੀੜ੍ਹੀ ਦਰ ਪੀੜ੍ਹੀ ਸਾਡੇ ਤੱਕ ਪਹੁੰਚਦੀਆਂ। ਲੋਕ ਖੇਡਾਂ ਦੀ ਖਾਸੀਅਤ ਇਹ ਹੈ ਕਿ ਇਹ ਕਿਸੇ ਕਰੜੇ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ, ਜਾਣੀ ਕੋਈ ਬਹੁਤ ਵੱਡੇ ਨਿਯਮ ਨਹੀਂ ਹੁੰਦੇ ਲੋਕ ਖੇਡਾਂ ਦੇ। ਸਮਾਂ ਸਥਾਨ ਵੀ ਨਿਸ਼ਚਿਤ ਨਹੀਂ ਹੁੰਦਾ। ਗਰਮੀਆਂ ਨੂੰ ਦੁਪਹਿਰੇ ਖੇਡ ਲਓ, ਰਾਤ ਨੂੰ ਚਾਨਣੀਆਂ ਰਾਤਾਂ ਵਿੱਚ ਖੁੱਲ੍ਹੇ ਵਿਹੜਿਆਂ ਵਿੱਚ, ਗਲੀਆਂ, ਬੂਹਿਆਂ, ਬਰੋਟਿਆਂ, ਟਾਹਲੀਆਂ ਜਾਂ ਕਿਸੇ ਵੀ ਖੁੱਲ੍ਹੀ ਥਾਂ 'ਤੇ ਖੇਡੀਆਂ ਜਾ ਸਕਦੀਆਂ। ਲੋਕ ਖੇਡਾਂ ਖੇਡਣ ਲਈ ਸਮਾਨ ਖਰੀਦਣ ਦੀ ਵੀ ਕੋਈ ਬਹੁਤੀ ਜ਼ਰੂਰਤ ਨਹੀਂ ਹੁੰਦੀ। ਘਰ ਜਾਂ ਘਰ ਦੇ ਦੁਆਲੇ ਹੀ ਤੁਹਾਨੂੰ ਉਹ ਚੀਜ਼ਾਂ ਮਿਲ ਜਾਂਦੀਆਂ ਜਿਹੜੀਆਂ ਮਾੜੀਆਂ ਮੋਟੀਆਂ ਇਹਨਾਂ ਖੇਡਾਂ ਵਿੱਚ ਵਰਤ ਲਈਆਂ ਜਾਂਦੀਆਂ। ਬੱਚਿਆਂ ਵਿੱਚ ਸਦਭਾਵਨਾ, ਨੇਕ ਨੀਤੀ, ਇਨਸਾਫ, ਭਾਈਵਾਲੀ ਅਤੇ ਮੁਕਾਬਲੇ ਦੀ ਭਾਵਨਾ, ਇਹ ਸਾਰੀਆਂ ਚੰਗੀਆਂ ਗੱਲਾਂ ਸਾਡੇ ਅੰਦਰ ਲੋਕ ਖੇਡਾਂ ਪੈਦਾ ਕਰਦੀਆਂ। ਬੱਚੇ ਆਮ ਕਰਕੇ ਛੂਹਣ ਵਾਲੀਆਂ ਖੇਡਾਂ ਖੇਡਦੇ ਹਨ, ਜਿਵੇਂ ਬੁੱਢੀ ਮਾਈ, ਭੰਡਾ ਭੰਡਾਰੀਆ, ਊਠਕ ਬੈਠਕ, ਊਚ ਨੀਚ, ਕੋਟਲਾ ਛਪਾਕੀ, ਦਾਈਆਂ ਦੂਕੜੇ, ਬਾਂਦਰ ਕਿੱਲਾ, ਕਿਣਮਿਣ ਕਾਣੀ ਕੌਣ ਕਿਣਿਆ, ਸਮੁੰਦਰ ਤੇ ਮੱਛੀ, ਲੱਕੜ ਕਾਠੀ, ਖਾਨ ਘੋੜੀ, ਅੰਨਾ ਝੋਟਾ, ਗੁੱਲੀ ਡੰਡਾ, ਪਿੱਠੂ, ਪੀਚੋ ਬੱਕਰੀ, ਅੱਡੀ ਛੜੱਪਾ, ਕੂਕਾ ਕਾਂਗੜੇ, ਸ਼ੱਕਰ ਭਿੱਜੀ ਆਦਿ ਇਹ ਬੱਚਿਆਂ ਦੀਆਂ ਲੋਕ ਖੇਡਾਂ ਹਨ। ਖੇਡਣ ਸਮੇਂ ਕਿਸੇ ਨਾ ਕਿਸੇ ਨੇ ਦਾਈ ਜਾਂ ਮਿੱਤ ਦੇਣੀ ਹੁੰਦੀ ਹੈ। ਦਾਈ ਨੂੰ ਅੱਡ ਅੱਡ ਖੇਤਰਾਂ ਦੇ ਵਿੱਚ ਕਿਤੇ ਮੀਟੀ ਕਹਿੰਦੇ ਆ, ਕਿਤੇ ਮੀਤੀ ਕਹਿੰਦੇ ਆ ਅਤੇ ਕਿਤੇ ਮਿੱਤ ਵੀ ਕਹਿ ਲੈਂਦੇ ਆ। ਜਾਣੀ ਇਲਾਕਿਆਂ ਦੇ ਹਿਸਾਬ ਨਾਲ ਬੇਟਾ ਇਹ ਦਾਈ ਦੇ ਵੱਖੋ ਵੱਖਰੇ ਨਾਂ ਨੇ। ਸਭ ਤੋਂ ਪਹਿਲਾਂ ਦਾਈ ਕੌਣ ਦੇਵੇ, ਜਾਣੀ ਸਭ ਤੋਂ ਪਹਿਲਾਂ ਵਾਰੀ ਕਿਹਦੀ ਆਵੇ, ਇਸ ਦੇ ਲਈ ਪੁੱਗਣ ਦਾ ਨਿਯਮ ਹੈ। ਖੇਡਣ ਵਾਲੇ ਸਾਰੇ ਬੱਚੇ ਇੱਕ ਗੋਲ ਚੱਕਰ ਬਣਾ ਕੇ ਖੜ੍ਹੇ ਹੋ ਜਾਂਦੇ ਆ। ਉਹਨਾਂ ਵਿੱਚੋਂ ਇੱਕ ਜਣਾ ਇਕੱਲੇ ਦੀ ਛਾਤੀ 'ਤੇ ਆਪਣੀ ਉਂਗਲ ਛਾਉਂਦਾ ਹੋਇਆ ਇਹ ਛੰਦ ਉਚਾਰਦਾ ਹੈ, ਈਂਗਣ ਮੀਂਗਣ ਤਲੀ ਤਲਿੰਗਲ, ਕਾਲਾ ਪੀਲਾ ਡੱਕਰਾ, ਗੁੜ ਖਾਵਾਂ ਵੇਲ ਵਧਾਵਾਂ, ਮੂਲੀ ਪੱਤਰਾ, ਪੱਤਰਾਂ ਵਾਲੇ ਘੋੜੇ ਆਏ, ਹੱਥ ਕੁਤਾੜੀ ਪੈਰ ਕੁਤਾੜੀ, ਨਿਕਲ ਵਾਲਿਆ ਤੇਰੀ ਵਾਰੀ। ਅਤੇ ਜਦੋਂ ਇਹ ਤੁਕ ਉਚਾਰੀ ਜਾਂਦੀ ਹੈ ਨਾ, ਨਿਕਲ ਬਾਲਿਆ ਤੇਰੀ ਵਾਰੀ, ਅਤੇ ਇੱਥੇ ਆ ਕੇ ਜਿਸ ਵੀ ਬੱਚੇ 'ਤੇ ਉਂਗਲ ਰੱਖੀ ਜਾਂਦੀ ਹੈ ਉਹਨੂੰ ਪੁੱਗ ਗਿਆ ਮੰਨਿਆ ਜਾਂਦਾ। ਇਸ ਤਰ੍ਹਾਂ ਇਹ ਵਾਰੀ ਇਹ ਛੰਦ ਉਚਾਰਿਆ ਜਾਂਦਾ ਅਤੇ ਵਾਰੀ ਜਿੱਥੇ ਆ ਕੇ ਨਿਕਲ ਬਾਲਿਆ ਤੇਰੀ ਵਾਰੀ ਇਹ ਛੰਦ ਮੁੱਕ ਜਾਂਦਾ ਹੈ ਅਤੇ ਜਿੱਥੇ ਆ ਕੇ ਇਹ ਕਿਸੇ ਵਿਅਕਤੀ 'ਤੇ ਜਾਂ ਬੱਚੇ 'ਤੇ ਉਂਗਲ ਰੱਖੀ ਜਾਂਦੀ ਹੈ ਉਹਨੂੰ ਪੁੱਗ ਲਿਆ ਮੰਨਿਆ ਜਾਂਦਾ। ਇਸ ਤਰ੍ਹਾਂ ਵਾਰੀ ਜਾਣੀ ਜਦੋਂ ਤੱਕ ਪੁੱਗਦੇ ਨਹੀਂ ਉਹਨਾਂ ਟਾਈਮ ਇਹ ਜਿਹੜੀ ਵਾਰੀ ਚੱਲਦੀ ਰਹਿੰਦੀ ਆ। ਪੁੱਗਣ ਦੀ ਇੱਕ ਹੋਰ ਵੀ ਰੀਤ ਹੈ। ਜਿੰਨੇ ਬੱਚੇ ਖੇਡਣਾ ਚਾਹੁੰਦੇ ਹੋਣ ਉਹ ਆਪੋ ਆਪਣੇ ਹੱਥਾਂ ਦੀਆਂ ਉਂਗਲਾਂ ਨਾਲ
ਦੂਜੇ ਬੱਚੇ ਦਾ ਹੱਥ ਫੜ ਕੇ ਆਪਣੇ ਹੱਥਾਂ ਨੂੰ ਹਵਾ ਵਿੱਚ ਉਛਾਲ ਕੇ ਆਪਣੇ ਆਪਣੇ ਹੱਥ ਪੁੱਠੇ ਜਾਂ ਸਿੱਧੇ ਰੱਖਦੇ ਹਨ। ਇੱਕ ਵਾਰੀ ਹੱਥ ਉੱਪਰ ਚੁੱਕ ਕੇ ਉਛਾਲ ਲੈਂਦੇ ਆ, ਫਿਰ ਉਹਨਾਂ ਨੂੰ ਜਦੋਂ ਥੱਲੇ ਆਉਂਦੇ ਆ ਹੱਥ ਪੁੱਠੇ ਜਾਂ ਸਿੱਧੇ ਕਰ ਲੈਂਦੇ ਆ। ਫਰਜ਼ ਕਰੋ 3 ਪੁੱਗਣ ਵਾਲੇ ਬੱਚੇ ਆ, ਜੇਕਰ ਤਿੰਨਾਂ ਵਿੱਚੋਂ 2 ਦੇ ਹੱਥ ਪੁੱਠੇ ਅਤੇ 1 ਦਾ ਹੱਥ ਸਿੱਧਾ, ਤਾਂ ਜਿਹੜਾ ਬੱਚੇ ਦਾ ਹੱਥ ਸਿੱਧਾ ਉਹਨੂੰ ਪੁੱਗ ਲਿਆ ਸਮਝਿਆ ਜਾਂਦਾ। ਇਸ ਤਰ੍ਹਾਂ ਬੱਚੇ ਵਾਰੋ ਵਾਰੀ ਪੁੱਗਦੇ ਹਨ। ਜਿਹੜਾ ਪੁੱਗ ਗਿਆ ਉਸ ਦੀ ਥਾਂ ਹੋਰ ਖੇਡਣ ਵਾਲਾ ਬੱਚਾ ਆ ਕੇ ਹੱਥ ਫੜਦਾ ਹੈ। ਇਸ ਤਰ੍ਹਾਂ ਜਦੋਂ ਸਾਰੇ ਬੱਚੇ ਪੁੱਗ ਜਾਂਦੇ ਹਨ, ਜਿਹੜਾ ਬੱਚਾ ਪਿੱਛੇ ਰਹਿ ਗਿਆ ਉਹਦੇ ਸਿਰ ਦਾਈ ਆ ਜਾਂਦੀ ਹੈ। ਕਈ ਲੋਕ ਖੇਡਾਂ ਜਿਵੇਂ ਕਬੱਡੀ, ਰੱਸਾ ਕੱਸੀ, ਸ਼ੱਕਰ ਭਿੱਜੀ, ਨੂਣ ਮਿਆਣੀ, ਕੂਕਾ ਕਾਂਗੜੇ, ਟਿਬਲਾ ਟਿਬਲੀ ਆਦਿ ਟੋਲੀਆਂ ਬਣਾ ਕੇ ਖੇਡੀਆਂ ਜਾਣ ਵਾਲੀਆਂ ਖੇਡਾਂ ਨੇ। ਪਰ ਕਈ ਵਾਰੀ ਇਹ ਟੋਲੀਆਂ ਸਹੀ ਢੰਗ ਨਾਲ ਨਹੀਂ ਬਣਦੀਆਂ। ਚੋਣ ਸਮੇਂ ਝਗੜਾ ਹੋਣ ਦਾ ਡਰ ਰਹਿੰਦਾ। ਟੋਲੀਆਂ ਦੀ ਚੋਣ ਲਈ ਵੀ ਉਹਨਾਂ ਨਿਯਮ ਬਣਾਇਆ ਹੋਇਆ ਹੈ, ਜਿਸ ਨੂੰ ਆੜੀ ਮਨਿੱਕੜਾਂ ਕਹਿੰਦੇ ਹਨ। ਜਾਣੀ ਇਹ ਜਿਹੜੀਆਂ ਵੱਡੀਆਂ ਖੇਡਾਂ ਹੈ, ਇਹਨਾਂ ਨੂੰ ਖੇਡਣ ਤੋਂ ਪਹਿਲਾਂ ਕਿ ਕਿਵੇਂ ਜਿਹੜੇ ਤੁਹਾਡੇ ਗਰੁੱਪ ਦੇ ਬੰਦੇ ਤੁਹਾਡੇ ਕੋਲ ਆਉਣ, ਉਹਦੇ ਲਈ ਆੜੀ ਮੜਿੱਕਣ ਦੀ ਜਿਹੜੀ ਰੀਤ ਹੈ, ਜਿੰਨੇ ਬੱਚੇ ਖੇਡਣਾ ਚਾਹੁੰਦੇ ਹੋਣ ਉਹ ਇੱਕ ਥਾਂ 'ਤੇ ਇਕੱਠੇ ਹੋ ਕੇ ਬੈਠ ਜਾਂਦੇ ਆ। ਉਹਨਾਂ ਵਿੱਚੋਂ 2 ਜਣੇ ਇੱਕ ਟੋਲੀ ਦਾ ਮੁਖੀਆ ਜਾਂ ਮੁਖੀ ਬਣ ਜਾਂਦੇ ਆ ਅਤੇ ਇੱਕ ਪਾਸੇ ਹੋ ਕੇ ਬੈਠ ਜਾਂਦੇ ਆ। ਬਾਕੀ ਬੱਚਿਆਂ ਵਿੱਚੋਂ 2 ਬੱਚੇ ਥੋੜ੍ਹੀ ਦੂਰ ਜਾਂਦੇ ਆ ਉੱਠ ਕੇ। ਸਾਰੇ ਬੱਚਿਆਂ ਦੇ ਵਿੱਚੋਂ ਉੱਠ ਕੇ ਨਾ 2 ਬੱਚੇ ਥੋੜ੍ਹੀ ਜਿਹੀ ਦੂਰ ਜਾਂਦੇ ਆ ਅਤੇ ਆਪਣੇ ਆਪਣੇ ਫਰਜ਼ੀ ਨਾਂ ਰੱਖ ਲੈਂਦੇ ਆ, ਜਾਣੀ ਬਣਾਉਟੀ ਨਾਂ ਰੱਖ ਲੈਂਦੇ ਆ। ਫਰਜ਼ੀ ਨਾਂ ਵਾਲੇ ਬੱਚੇ ਗਲਵੱਕੜੀ ਪਾ ਕੇ ਆਉਂਦੇ ਹਨ ਅਤੇ ਟੋਲੀ ਦੇ ਮੁਖੀਆਂ ਨੂੰ ਬੋਲ ਕੇ ਪੁੱਛਦੇ ਨੇ ਕਿ ਫਰਜ਼ ਕਰੋ ਇੱਕ ਦਾ ਨਾਂ ਹੈ ਚਾਂਦੀ, ਦੂਜੇ ਦਾ ਨਾਂ ਹੈ ਸੋਨਾ। ਤਾਂ ਉਹ ਦੋਵੇਂ ਇਕੱਠੇ ਪੁੱਛਣਗੇ, ਕੋਈ ਲੈ ਲਓ ਚਾਂਦੀ, ਕੋਈ ਲੈ ਲਓ ਸੋਨਾ। ਹੁਣ ਜਿਹੜੇ ਬੰਦੇ ਉਹ ਸੀ ਜਿਨ੍ਹਾਂ ਨੇ ਆਪੋ ਆਪਣੇ ਬੰਦੇ ਮੱਲਣੇ ਆ, ਉਹਨਾਂ 'ਚੋਂ ਇੱਕ ਟੋਲੀ ਦਾ ਮੁਖੀ ਚਾਂਦੀ ਮੰਗ ਲੈਂਦਾ ਅਤੇ ਚਾਂਦੀ ਬਣਿਆ ਬੱਚਾ ਉਹਦੀ ਟੋਲੀ ਵਿੱਚ ਆ ਕੇ ਬੈਠ ਜਾਂਦਾ। ਦੂਜਾ ਸੋਨਾ ਦੂਜੀ ਟੋਲੀ ਦੇ ਮੁਖੀਏ ਕੋਲ ਚਲਾ ਜਾਂਦਾ। ਇਸ ਤਰ੍ਹਾਂ ਵਾਰੋ ਵਾਰੀ ਚੋਣ ਕਰਾਉਂਦੇ ਹਨ। ਚੋਣ ਕਰਨ ਦੀ ਰੀਤ ਬੜੀ ਦਿਲਚਸਪ ਹੁੰਦੀ ਆ। ਪੁੱਗਣ ਅਤੇ ਆੜੀ ਮਨਿੱਕਣ ਭਾਵ ਆੜੀ ਚੁਣਨ ਸਮੇਂ ਗੀਤ ਵੀ ਪ੍ਰਚਲਿਤ ਨੇ ਕਈ, ਜਿਨ੍ਹਾਂ ਨੂੰ ਬੱਚੇ ਬੜੇ ਸੋਹਣੇ ਢੰਗ ਨਾਲ ਗਾਉਂਦੇ ਨੇ ਅਤੇ ਨਾਲੇ ਆਪਣਾ ਆੜੀ ਮੜਿੱਕ ਲੈਂਦੇ ਆ। ਜਿਵੇਂ ਕਈ ਥਾਵਾਂ 'ਤੇ ਉਚਾਰਿਆ ਜਾਂਦਾ, ਉੱਕੜ ਟੁੱਕੜ ਭੰਬਾ ਭਉ, 80 90 ਪੂਰਾ 100 ਗਲੋਟਾ ਤਿੱਤਰ ਮੋਟਾ, ਚੱਲ ਮਦਾਰੀ ਪੈਸਾ ਖੋਟਾ, ਖੋਟੇ ਦੀ ਖਟਿਆਈ ਬੇਬੇ ਦੌੜੀ ਦੌੜੀ ਆਈ। ਜਿੱਥੇ ਦੌੜੀ ਦੌੜੀ ਆਈ 'ਤੇ ਆ ਜਾਂਦੀ ਗੱਲ, ਉਹ ਬੰਦੇ ਨੂੰ ਜਿਹੜਾ ਬੋਲਣ ਵਾਲਾ ਉਹ ਆਪਣਾ ਆੜੀ ਬਣਾ ਲੈਂਦਾ। ਹੋਰ ਵੀ ਕਈ ਹੈ, ਜਿਵੇਂ ਪਹਿਲਾ ਰਾਣਾ, ਦੂਜਾ ਕਾਣਾ, ਤੀਜਾ ਸਭ ਤੋਂ ਸਿਆਣਾ, ਚੌਥਾ ਫੁੱਲ ਗੁਲਾਬ ਦਾ, ਪੰਜਵਾਂ ਮੱਖੀਆਂ ਮਾਰਦਾ। ਮੱਖੀਆਂ ਮਾਰਦੇ ਅਤੇ ਜਿੱਥੇ ਆ ਜਾਂਦੀ ਆ ਉੱਥੇ ਆ ਕੇ ਜਿਹੜਾ ਜਿੱਥੇ ਇਹ ਮੁੱਕ ਜਾਂਦਾ ਉੱਥੇ ਉਹ ਬੰਦੇ ਨੂੰ ਮੰਨ ਲਿਆ ਜਾਂਦਾ। ਫਿਰ ਹੋਰ ਵੀ ਹੈ, ਖੂਹ ਵਿੱਚ ਪਪੀਤਾ, ਕੋਈ ਮੰਗੇ ਰਾਮ, ਕੋਈ ਮੰਗੇ ਸੀਤਾ। ਜਿਹੜੇ ਸੀਤਾ ਰਾਮ ਕਿਹੜਾ ਮੰਗਣਾ ਹੈ, ਉਹ ਜਿਹੜੇ ਆੜੀ ਮੜਿੱਕਣ ਵਾਲੇ ਬੰਦੇ ਆ ਉਹਨਾਂ ਨੂੰ ਪੁੱਛ ਲਿਆ ਜਾਂਦਾ, ਉਹ ਸੀਤਾ ਕਹਿ ਦਿੰਦਾ ਜਾਂ ਰਾਮ ਕਹਿ ਦਿੰਦਾ। ਫਿਰ ਹੋਰ ਵੀ ਆ ਬੇਟਾ, ਇਕਮ ਇਕਮ ਛਈਆਂ ਡੋ, ਜੀਵੇ ਥੋਡਾ ਮਾਂ ਪਿਓ, ਖੂਹ ਵਿੱਚ ਮਾਰੀ ਪਾਥੀ, ਕੋਈ ਲਓ ਸ਼ੇਰ, ਕੋਈ ਲਓ ਹਾਥੀ। ਹੁਣ ਉਹ ਆੜੀ ਮੜਿੱਕਣ ਵਾਲੇ ਬੰਦਿਆਂ ਨੂੰ ਪੁੱਛਦੇ ਆ ਵੀ ਹਾਥੀ ਲੈਣਾ ਹੈ ਕਿ ਸ਼ੇਰ ਲੈਣਾ। ਉਹਨਾਂ 'ਚੋਂ ਇੱਕ ਜਣਾ ਹਾਥੀ ਲੈ ਲੈਂਦਾ, ਇੱਕ ਜਣਾ ਸ਼ੇਰ ਮੰਗ ਲੈਂਦਾ। ਖੇਡਣ ਸਮੇਂ ਛੂਹੇ ਜਾਣ 'ਤੇ ਜੇਕਰ ਕੋਈ ਬੱਚਾ ਆਪਣੀ ਦਾਈ ਨਹੀਂ ਨਾ ਦਿੰਦਾ ਜਾਂ ਆਪਣੀ ਮਿਤੀ ਨਾ ਦੇਵੇ, ਤਾਂ ਇਹ ਸਮਝਿਆ ਜਾਂਦਾ ਹੈ ਕਿ ਉਸ ਦੇ ਸਿਰ 'ਤੇ ਰੱਬ ਦਾ ਭਾਰ ਚੜ੍ਹੇਗਾ, ਜਾਣੀ ਉਹਨੂੰ ਪਾਪ ਲੱਗੇਗਾ। ਜੇਕਰ ਕੋਈ ਬੱਚਾ ਆਪਣੀ ਮਿੱਤ ਵਿਚਾਲੇ ਛੱਡ ਕੇ ਭੱਜਦਾ, ਤਾਂ ਦੂਜੇ ਬੱਚੇ ਇੱਕ ਗੀਤ ਗਾਉਂਦੇ ਗਾਉਂਦੇ ਨਾ ਉਹਨਾਂ ਦੇ ਘਰ ਤੱਕ ਜਾਂਦੇ ਆ। ਉਹ ਕੀ ਗਾਉਂਦੇ ਆ, ਸਾਡੀ ਮਿੱਤ ਦੱਬਣਾ, ਘਰ ਦੇ ਚੂਹੇ ਚੱਬਣਾ, ਇੱਕ ਚੂਹਾ ਰਹਿ ਗਿਆ ਸਿਪਾਹੀ ਫੜ ਕੇ ਲੈ ਗਿਆ, ਸਿਪਾਹੀ ਨੇ ਮਾਰੀ ਇੱਟ, ਚਾਹੇ ਰੋ ਚਾਹੇ ਪਿੱਟ, ਪਰ ਦੇ ਸਾਡੀ ਮਿੱਤ। ਪੁਰਾਣੇ ਸਮੇਂ ਤੋਂ ਹੀ ਲੋਕ ਖੇਡਾਂ ਲੋਕਾਂ ਦੇ ਮਨੋਰੰਜਨ ਦਾ ਮੁੱਖ ਸਾਧਨ ਰਹੀਆਂ ਹਨ। ਇਹ ਹਰ ਪਿੰਡ
ਇਹ ਹਰ ਪਿੰਡ ਦਾ ਵਿਸ਼ੇਸ਼ ਹਿੱਸਾ ਹੋਇਆ ਕਰਦੀਆਂ ਸਨ। ਇਹਨਾਂ ਦੇ ਪਿੰਡ ਦੀ ਜੂਹ ਵਿੱਚ ਆਥਣ ਸਮੇਂ ਜੁੜਿਆ ਕਰਦੇ ਸਨ। ਸਾਰੇ ਪਿੰਡ ਦੇ ਬੱਚਿਆਂ ਨੇ ਰਲ ਕੇ ਖੇਡਣਾ। ਕੋਈ ਜਾਤ ਪਾਤ ਨਹੀਂ ਸੀ ਪੁੱਛੀ ਜਾਂਦੀ, ਕੋਈ ਊਚ ਨੀਚ ਨਹੀਂ ਸੀ ਹੁੰਦੀ, ਨਾ ਕੋਈ ਅਮੀਰੀ ਗਰੀਬੀ ਦਾ ਪਾੜਾ ਹੁੰਦਾ ਸੀ। ਸਾਰੇ ਬੱਚੇ ਰਲ ਕੇ ਇਹਨਾਂ ਖੇਡਾਂ ਦਾ ਆਨੰਦ ਮਾਣਦੇ ਸੀ। ਭਾਈਚਾਰਕ ਸਾਂਝ ਇੰਨੀ ਸੀ ਕਿ ਸਾਰੇ ਪਿੰਡ ਨੇ ਰਲ ਕੇ ਖਿਡਾਰੀਆਂ ਦਾ ਖੁਰਾਕਾਂ ਦਾ ਪ੍ਰਬੰਧ ਕਰਨਾ। ਦੇਸੀ ਘਿਓ ਦੇ ਪੀਪਿਆਂ ਦੇ ਪੀਪੇ ਖਿਡਾਰੀਆਂ ਨੂੰ ਖਾਣ ਨੂੰ ਦਿੱਤੇ ਜਾਂਦੇ ਸੀ ਅਤੇ ਇਹ ਖਿਡਾਰੀ ਵੀ ਸਾਰੇ ਪਿੰਡ ਦਾ ਮਾਣ ਹੋਇਆ ਕਰਦੇ ਸੀ। ਮੇਲਿਆਂ ਮੁਸਾਵਿਆਂ 'ਤੇ ਕਿਸੇ ਨੇ ਪਹਿਲਵਾਨੀ ਵਿੱਚ ਪਿੰਡ ਦਾ ਨਾਂ ਚਮਕਾਉਣਾ, ਕਿਸੇ ਨੇ ਬੋਰੀ ਚੁੰਕਣ ਵਿੱਚ ਪਿੰਡ ਦਾ ਨਾਂ ਚਮਕਾਉਣਾ, ਕਿਸੇ ਨੇ ਮੂਗਲੀਆ ਫੇਰਨ ਵਿੱਚ ਪਿੰਡ ਦਾ ਨਾਂ ਚਮਕਾਉਣਾ, ਕਿਸੇ ਨੇ ਰੱਸਾਕੱਸੀ ਅਤੇ ਕਬੱਡੀ ਦੀ ਟੀਮ ਵਿੱਚ ਪਿੰਡ ਦਾ ਨਾਂ ਚਮਕਾਉਣਾ। ਫਿਰ ਪਿੰਡ ਵਾਲੇ ਲੋਕ ਵੀ ਬੇਟਾ ਇਹਨਾਂ ਦਾ ਬੜਾ ਸਤਿਕਾਰ ਕਰਦੇ ਸੀ। ਇਹਨਾਂ ਖਿਡਾਰੀਆਂ ਨੂੰ ਖੁਰਾਕਾਂ ਦੇਣ ਲਈ ਸਾਰਾ ਪਿੰਡ ਇਕੱਠਾ ਹੋ ਜਾਂਦਾ। ਸਾਰੇ ਪਿੰਡ ਤੋਂ ਘਿਓ ਦੇ ਪੀਪੇ ਇਕੱਠੇ ਕਰ ਲਏ ਜਾਂਦੇ, ਹੋਰ ਖੁਰਾਕਾਂ ਦਾ ਪ੍ਰਬੰਧ ਕਰ ਲਿਆ ਜਾਂਦਾ, ਕਿਉਂਕਿ ਖਿਡਾਰੀ ਸਮੁੱਚੇ ਪਿੰਡ ਦੀ ਸ਼ਾਨ ਹੁੰਦੇ ਸੀ ਅਤੇ ਬੜੇ ਪਿਆਰ ਨਾਲ ਖੇਡਦੇ, ਚੰਗੀ ਖੇਡ ਖੇਡਦੇ ਸਨ। ਇਹ ਲੋਕ ਖੇਡਾਂ ਹੀ ਸਨ ਜਿਹੜੀਆਂ ਪਿੰਡਾਂ ਦੇ ਨੌਜਵਾਨਾਂ ਨੂੰ ਆਰੇ ਲਾਈ ਰੱਖਦੀਆਂ ਸਨ ਅਤੇ ਉਹਨਾਂ ਨੂੰ ਕਰਾਹੇ ਪੈਣ ਤੋਂ ਰੋਕਦੀਆਂ ਸਨ। ਕਰਾਹੇ ਜਾਣੀ ਉਹ ਨਸ਼ਿਆਂ ਤੋਂ ਬੜਾ ਦੂਰ ਰਹਿੰਦੇ ਸੀ। ਕੁਸ਼ਤੀਆਂ ਪੁਰਾਤਨ ਬਹੁਤ ਪੁਰਾਣੇ ਸਮੇਂ ਤੋਂ ਹੀ ਪੰਜਾਬੀਆਂ ਲਈ ਬੜੀ ਖਿੱਚ ਭਰਪੂਰ ਰਹੀਆਂ ਨੇ। ਪਿੰਡਾਂ ਵਿੱਚ ਹਰ ਵਰ੍ਹੇ ਪੈਂਦੀਆਂ ਪਹਿਲਵਾਨੀ ਦੀਆਂ ਛਿੰਝਾਂ ਅਤੇ ਮੇਲਿਆਂ ਵਿੱਚ ਜੁੜਦੇ ਕੁਸ਼ਤੀਆਂ ਦੇ ਦੰਗਲ ਪੇਂਡੂ ਲੋਕਾਂ ਨੂੰ ਬੜਾ ਆਨੰਦ ਪ੍ਰਦਾਨ ਕਰਦੇ। ਇਹਨਾਂ ਛਿੰਝਾਂ ਸਦਕਾ ਹੀ ਪੰਜਾਬੀ ਗੱਭਰੂ ਆਪਣੇ ਸਰੀਰ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਉਤਸ਼ਾਹ ਪ੍ਰਾਪਤ ਕਰਦੇ ਸਨ। ਇਹੋ ਕਾਰਨ ਹੈ ਕਿ ਪੰਜਾਬ ਦੀ ਧਰਤੀ 'ਤੇ ਗਾਮਾ ਪਹਿਲਵਾਨ, ਗੂੰਗਾ, ਮੇਹਰਦੀਨ, ਕੇਸਰ ਸਿੰਘ, ਦਾਰਾ ਸਿੰਘ, ਕਿੱਕਰ ਸਿੰਘ ਵਰਗੇ ਜਗਤ ਪ੍ਰਸਿੱਧ, ਜਿਨ੍ਹਾਂ ਦੀ ਪ੍ਰਸਿੱਧੀ ਪੂਰੇ ਸੰਸਾਰ ਵਿੱਚ ਹੈ, ਉਹ ਪਹਿਲਵਾਨ ਇੱਥੇ ਪੈਦਾ ਹੋਏ ਅਤੇ ਜਿਨ੍ਹਾਂ ਨੇ ਪਹਿਲਵਾਨੀ ਦੇ ਖੇਤਰ ਵਿੱਚ ਸੰਸਾਰ ਵਿੱਚ ਬੜੀਆਂ ਉੱਚੀਆਂ ਜਿੱਤਾਂ ਪ੍ਰਾਪਤ ਕਰਕੇ ਪੰਜਾਬੀਆਂ ਦਾ ਨਾਂ ਰੌਸ਼ਨ ਕੀਤਾ। ਕਬੱਡੀ ਪੰਜਾਬੀਆਂ ਦੀ ਰਾਸ਼ਟਰੀ ਖੇਡ ਹੈ, ਜਿਸ ਰਾਹੀਂ ਇਹਨਾਂ ਦੇ ਸੁਭਾਅ ਅਤੇ ਇਹਨਾਂ ਦੇ ਸਰੀਰਕ ਬਲ ਦਾ ਪਤਾ ਲੱਗਦਾ, ਕਿੰਨੇ ਕੁ ਤਕੜੇ ਆ ਅਤੇ ਇਹਨਾਂ ਦਾ ਸੁਭਾਅ ਕਿਹੋ ਜਿਹਾ। ਲੰਬੀ ਕੌਡੀ, ਗੂੰਗੀ ਕੌਡੀ ਅਤੇ ਸੌਂਚੀ ਪੱਕੀ ਇਹ ਕਬੱਡੀ ਦੀਆਂ ਬੜੀਆਂ ਹਰਮਨ ਪਿਆਰੀਆਂ ਕਿਸਮਾਂ ਰਹੀਆਂ ਪਹਿਲਾਂ। ਅੱਜ ਕੱਲ੍ਹ ਇਹ ਕੌਡੀਆਂ ਨਹੀਂ ਖੇਡੀਆਂ ਜਾਂਦੀਆਂ, ਇਹਨਾਂ ਦੀ ਥਾਂ 'ਤੇ ਨੈਸ਼ਨਲ ਸਟਾਈਲ ਕਬੱਡੀ ਨੇ ਲੈ ਲਈ, ਯਾਨੀ ਇੱਕੋ ਹੀ ਖੇਡ ਰਹਿ ਗਈ ਹੈ ਨੈਸ਼ਨਲ ਸਟਾਈਲ ਕਬੱਡੀ। ਅਤੇ ਪਹਿਲਾਂ ਇਹ ਕਬੱਡੀ 3 ਤਰ੍ਹਾਂ ਦੀ ਹੁੰਦੀ ਸੀ। ਸੌਂਚੀ ਪੱਕੀ ਪੰਜਾਬੀ ਨੌਜਵਾਨਾਂ ਦੀ ਬੜੀ ਮਨਪਸੰਦ ਖੇਡ ਸੀ। ਮੇਲਿਆਂ ਮਸਾਵਿਆਂ ਦੇ ਆਮ ਕਰਕੇ ਛਪਾਰ ਦੇ ਮੇਲੇ 'ਤੇ ਖਾਸ ਕਰਕੇ ਸੌਂਚੀ ਪੱਕੀ ਦੇ ਮੁਕਾਬਲੇ ਹੋਇਆ ਕਰਦੇ ਸਨ, ਜਿਨ੍ਹਾਂ ਨੂੰ ਦਰਸ਼ਕ ਬੜੇ ਉਤਸ਼ਾਹ ਨਾਲ ਵੇਖ ਕੇ ਬੜੀ ਖੁਸ਼ੀ ਅਤੇ ਆਨੰਦ ਪ੍ਰਾਪਤ ਕਰਦੇ ਸੀ। ਇਸ ਖੇਡ ਰਾਹੀਂ ਗੱਭਰੂ ਆਪਣੇ ਸਰੀਰਕ ਬਲ ਦਾ ਪ੍ਰਗਟਾਵਾ ਕਰਦੇ ਸਨ। ਇਹ ਖੇਡ ਕਿਸੇ ਹੱਦ ਤੱਕ ਬਾਕਸਿੰਗ ਨਾਲ ਮਿਲਦੀ ਜੁਲਦੀ ਖੇਡ ਹੈ। ਅੱਜ ਬੇਟਾ ਇੰਨਾ ਹੀ, ਕਿਉਂਕਿ ਥੋੜ੍ਹਾ ਜਿਹਾ ਪਾਠ ਲੰਬਾ ਹੈ, ਇੱਕ ਲੈਕਚਰ ਇਸ ਦਾ ਹੋਰ ਲੱਗੇਗਾ। ਸੋ ਕੱਲ੍ਹ ਨੂੰ ਇਸ ਲੈਕਚਰ ਦੀ ਦੂਜੀ ਵੀਡੀਓ ਤੁਹਾਨੂੰ ਭੇਜੀ ਜਾਏਗੀ। ਮੈਨੂੰ ਉਮੀਦ ਹੈ ਕਿ ਸਾਰੇ ਬੱਚਿਆਂ ਨੂੰ ਇਹ ਪਾਠ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ, ਲੋਕ ਖੇਡਾਂ ਬਾਰੇ ਉਹਨਾਂ ਨੂੰ ਜਾਣਕਾਰੀ ਮਿਲੀ ਹੋਵੇਗੀ। ਅਗਲਾ ਲੈਕਚਰ ਲੈ ਕੇ ਬੇਟਾ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਰੇ ਬੱਚਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।